ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਬਟਾਲੇ ਦੀ। ਬਟਾਲੇ ਦੇ ਹਸਪਤਾਲ ਦੇ ਗਲਿਆਰੇ ਦੇ ਵਿੱਚੋਂ ਕਹਿੰਦੇ ਨਸ਼ੇ ਦੀ ਸਿਰੰਜ ਲੱਗੀ ਕੁੜੀ ਦੀ ਲਾਸ਼ ਮਿਲੀ ਹੈ ਜੀ। ਪ੍ਰਵੀਨ ਜੀ, ਬਟਾਲੇ ਖੇਤਰ ਦਾ ਹਸਪਤਾਲ ਹੋਵੇ ਹਾਂਜੀ। ਤੇ ਹਸਪਤਾਲ ਦਾ ਮੁਖੀ ਕਹੇ ਹੂੰ ਕਿ ਹਾਂ ਜੀ ਇਹ ਕੁੜੀ ਇੱਥੇ ਹੀ ਨਸ਼ਾ ਕਰਦੀ, ਪਹਿਲਾਂ ਵੀ ਬਹੁਤ ਵਾਰ ਦੇਖੀ ਹੈ, ਪਹਿਲਾਂ ਵੀ ਬਹੁਤ ਵਾਰ ਘੁੰਮਦੀ ਰਹੀ ਆ, ਹੂੰ ਤੇ ਉਹਦੀ ਹੁਣ ਮੌਤ ਹੋ ਜਾਵੇ ਤੇ ਉਹਦੇ ਪੱਟ ਚੋਂ ਸਿਰਿੰਜ ਲੱਗੀ ਮਿਲੇ ਨਾਲ ਨਸ਼ੇ ਵਾਲੀ, ਤੇ ਹਸਪਤਾਲ ਦੇ ਗਲਿਆਰੇ 'ਚ ਉਹਦੀ ਲਾਸ਼ ਪਈ ਰਹੇ, ਤੇ ਜਦੋਂ ਮੀਡੀਆ ਪਹੁੰਚੇ ਉਹ ਤੋਂ ਬਾਅਦ ਕਈ ਘੰਟਿਆਂ ਬਾਅਦ ਲਾਸ਼ ਚੱਕ ਕੇ ਮੁਰਦਾ ਘੱਟ ਜਾਵੇ, ਮੈਨੂੰ ਤਾਂ ਹਸਪਤਾਲ ਇਹਨਾਂ ਦੀ ਮਾਨਸਿਕਤਾ ਤੇ ਵੀ ਮਤਲਬ ਤਰਸ ਆਉਂਦਾ। ਜੀ ਜੀ। ਕਿ ਜੇ ਤੁਸੀਂ ਅੱਜ ਕਹਿ ਰਹੇ ਹੋ ਤਾਂ ਡਾਕਟਰ ਦਾ ਕੰਮ ਕੀ ਆ? ਮਤਲਬ ਕੋਈ ਪਰਚੀ ਕਟਾਊਗਾ, ਕੋਈ ਨਾਮ ਦਰਜ ਕਰਾਊਗਾ, ਤੁਸੀਂ ਤਾਂ ਹੀ ਇਲਾਜ ਕਰਨਾ। ਹਾਂ, ਬਿਲਕੁਲ ਬਿਲਕੁਲ। ਹਸਪਤਾਲ ਦੇ ਮੂਹਰੇ ਹੀ ਮਰੀਜ਼ ਫਿਰ ਰਿਹਾ, ਅੰਦਰ ਹੀ ਵੀਲ ਚੇਅਰ ਤੇ ਉਹਦੀਆਂ ਫੋਟੋਆਂ ਨੇ, ਹਸਪਤਾਲ ਦੇ ਅੰਦਰ ਵੀ ਜੇਕਰ ਉਹ ਚਿੱਟਾ ਮਿਲੀ ਜਾਂਦਾ ਉਹਨੂੰ, ਤੇ ਫਿਰ ਡਾਕਟਰੀ ਤੰਤਰ ਕੀ ਕਰਦਾ ਸੀ? ਸਹੀ ਗੱਲ। ਇਹ ਆਪਣੇ ਆਪ ਸਵਾਲ ਆ ਕਿ ਤੁਸੀਂ ਘੱਟੋ ਘੱਟ ਉਹਨੂੰ ਬਚਾਉਣ ਦੀ ਕਦੇ ਕੋਸ਼ਿਸ਼ ਕੀਤੀ? ਤੁਸੀਂ ਉਹਦਾ ਨਸ਼ਾ ਛਡਾਉਣ ਲਈ ਹੀਲਾ ਕੀਤਾ? ਇਹਦਾ ਮਤਲਬ ਤੁਸੀਂ ਫੁੱਲੀ ਪ੍ਰੋਫੈਸ਼ਨਲ ਬਣ ਗਏ ਹੋ, ਚਾਹੇ ਸਰਕਾਰੀ ਹੋ ਚਾਹੇ ਪ੍ਰਾਈਵੇਟ ਹੋ। ਬਿਲਕੁਲ ਜੀ। ਤੁਹਾਡੇ 'ਚ ਮਨੁੱਖਤਾ ਕੀਮਤਾਂ ਖਤਮ ਹੋ ਗਈਆਂ, ਤੁਸੀਂ ਡਾਕਟਰ ਨਹੀਂ ਮਸ਼ੀਨ ਬਣ ਗਏ ਹੋ। ਮਸ਼ੀਨ ਬਣ, ਜਦੋਂ ਕਿ ਅਜੇ ਵੀ ਕਿੰਨੇ ਚੰਗੇ ਡਾਕਟਰ ਹੈਗੇ ਜਿਹੜੇ ਆਪ ਮਾਰੇ ਨਿਸ਼ਕਾਮ ਸੇਵਾ ਕਰਦੇ ਨੇ। ਕਿੰਨੇ ਹੀ ਲੋਕ ਹੈਗੇ ਜਿਹੜੇ ਨੌਕਰੀ ਤੋਂ ਬਾਅਦ ਸੇਵਾ ਵਜੋਂ ਵੀ ਕੰਮ ਕਰਦੇ ਨੇ। ਪੀਜੀਆਈ 'ਚ ਮੈਂ ਡਾਕਟਰਾਂ ਨੂੰ ਦੇਖਦਾ 16 ਘੰਟੇ 18 ਘੰਟੇ ਦੀ ਡਿਊਟੀ, ਔਰ ਆਖਰੀ ਦਮ ਤੱਕ ਬੰਦੇ ਨੂੰ ਬਚਾਉਣ ਤੱਕ ਦੀ ਕੋਸ਼ਿਸ਼ ਕਰਦੇ ਨੇ। ਤੇ ਇੱਕ ਡਾਕਟਰ ਮਰਨ ਤੋਂ ਬਾਅਦ ਕਹਿ ਰਿਹਾ ਕਿ ਹਾਂ ਜੀ ਇਹਨੂੰ ਅਸੀਂ ਅੱਗੇ ਵੀ ਦੇਖਿਆ, ਇਸੇ ਹਸਪਤਾਲ ਦੇ ਆਲੇ ਦੁਆਲੇ ਬਾਹਰ ਅੰਦਰ ਘੁੰਮਦੀ ਰਹਿੰਦੀ ਸੀ, ਕਈ ਵਾਰ ਨਸ਼ੇ ਦੇ ਹਾਲਤ 'ਚ ਅਸੀਂ ਗਿਰਦੀ ਫਿਰਦੀ ਦੇਖੀ ਹੈ ਜੀ। ਮਤਲਬ ਇਹ ਡਾਕਟਰ ਦੱਸ ਰਿਹਾ। ਚੰਗਾ ਹੁੰਦਾ ਉਹ ਦੱਸਦਾ ਕਿ ਅਸੀਂ ਇਹਨੂੰ ਬਚਾਉਣ ਲਈ ਆਹ ਕੀਤਾ, ਅਸੀਂ ਇਹਦੇ ਲਈ ਆਹ ਹੀਲਾ ਕੀਤਾ। ਤੁਸੀਂ ਡਾਕਟਰਾਂ, ਤੁਹਾਡੇ ਕੋਲ ਕਿੰਨੀਆਂ ਸੰਸਥਾਵਾਂ, ਕਿੰਨਾ ਕੁਛ ਹੋਊਗਾ, ਤੁਸੀਂ ਉਹਨੂੰ ਕਿਤੇ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਤੇ ਉਹਦੀ ਵੀਡੀਓ ਵਾਇਰਲ ਹੁੰਦੀ ਨੇ, ਹਸਪਤਾਲ ਦੇ ਅੰਦਰ ਵੀਲ ਚੇਅਰ ਤੇ ਬੈਠਿਆਂ ਦੀਆਂ, ਬੈਂਚਾਂ ਤੇ ਬੈਠਿਆਂ ਦੀਆਂ, ਬਾਹਰ ਬੈਠਿਆਂ ਦੀਆਂ ਹੁਣ ਵੀਡੀਓ ਆ ਰਹੀਆਂ, ਤੇ ਹਸਪਤਾਲ ਦੇ ਗਲਿਆਰੇ ਦੇ, ਹਸਪਤਾਲ ਦੇ ਬਾਹਰ ਹੀ ਉਹਦੀ ਮੌਤ ਹੋ ਜਾਂਦੀ ਆ। ਸਿਰਿੰਜ ਲੱਗੀ ਦੀ ਫੋਟੋ ਜਾਰੀ ਹੁੰਦੀ ਆ, ਸੋਸ਼ਲ ਮੀਡੀਆ ਤੇ ਚੱਲ ਜਾਂਦੀ ਆ। ਮੀਡੀਆ ਉੱਥੇ ਜਦੋਂ ਪਹੁੰਚਦਾ ਫਿਰ ਕਹਿੰਦੇ ਕਈ ਘੰਟੇ ਹੋ ਗਏ ਸੀ ਜੀ, ਫਿਰ ਚੱਕ ਕੇ ਉਹਨੂੰ ਮੁਰਦਾ ਘਾਟ ਤੇ ਰੱਖਦੇ ਆ। ਇਹ ਹੈ, ਇੱਕ ਤਾਂ ਇੱਕ ਕੁੜੀ ਉੱਪਰ ਨਸ਼ਾ, ਨਸ਼ੇ ਦੀ ਓਵਰਡੋਜ਼, ਸਿਰਿੰਜ ਸਾਹਮਣੇ, ਹਸਪਤਾਲ ਤੇ ਮੌਤ, ਇਹ ਸਾਰੀਆਂ ਕੜੀਆਂ ਕਿਸ ਵੱਲ ਇਸ਼ਾਰਾ ਕਰਦਾ। ਮੈਂ ਐਮੀ ਵਿਰਕ ਵੱਡਾ ਕਲਾਕਾਰ ਆ ਪੰਜਾਬ ਦਾ, ਬੱਚੇ ਉਹਨੂੰ ਕਾਫੀ ਫੋਲੋ ਕਰਦੇ ਨੇ। ਉਹ ਇੱਕ ਮੀਡੀਆ ਅਦਾਰੇ ਨੂੰ ਇੱਕ ਇੰਟਰਵਿਊ ਦੇ ਰਿਹਾ ਸੀ ਜੀ ਜੀ, ਤੇ ਉਸ ਇੰਟਰਵਿਊ 'ਚ ਉਹਨੇ ਇੱਕ ਕਹਾਣੀ ਹੋਈ ਜੀ। ਕਹਿੰਦਾ ਇਹ ਗੱਲ ਕੋਈ 2009 ਦੀ ਆ। ਉਹਨਾਂ ਦਿਨਾਂ 'ਚ ਅਸੀਂ ਸੰਘਰਸ਼ੀ ਜੀਵਨ 'ਚੋਂ ਲੰਘ ਰਹੇ ਸੀ, ਅਸੀਂ ਕੁਝ ਹਾਸਲ ਕਰਨਾ, ਕੁਝ ਜੀਵਨ 'ਚ ਪ੍ਰਾਪਤ ਕਰਨਾ, ਉਸ ਰਾਹਾਂ 'ਚੋਂ ਲੰਘ ਰਹੇ ਸੀ। ਮੈਂ ਤੇ ਮੇਰਾ ਮਿੱਤਰ ਚੰਡੀਗੜ੍ਹ ਸੀ, ਤੇ ਕਹਿੰਦਾ ਅਸੀਂ ਅੱਡੋ ਅੱਡ ਰਹਿੰਦੇ ਸੀ। ਮੇਰਾ ਮਿੱਤਰ ਉਸ ਸਮੇਂ ਕਹਿੰਦਾ ਤੇ ਚੰਗਾ ਖੇਡਦਾ ਸੀ। ਕਹਿੰਦਾ ਉਹਨਾਂ ਦਿਨਾਂ 'ਚ IPL ਅਜੇ ਸ਼ੁਰੂ ਹੋ ਰਿਹਾ ਸੀ, ਤੇ ਸਾਨੂੰ ਉਮੀਦ ਸੀ ਕਹਿੰਦਾ ਕਿ ਉਹ ਇੱਕ ਚੰਗਾ ਖਿਡਾਰੀ ਬਣੂਗਾ। ਪਰ ਕਹਿੰਦਾ ਉਦਣ ਹੀ ਪਤਾ ਲੱਗਦਾ ਜਿੱਦਣ ਉਹ ਸੁਨੇਹਾ ਲਾਉਂਦਾ ਕਿ ਮੈਂ ਤਾਂ ਬਾਈ ਪਿੰਡ ਚੱਲਿਆ ਵਾਪਸ। ਕਹਿੰਦਾ ਮੈਂ ਕਿਹਾ ਮੈਨੂੰ ਸਮਝ ਨਹੀਂ ਆਈ ਕਿ ਕਿਉਂ ਚੱਲਿਆ। ਤੇ ਬਾਅਦ 'ਚ ਜਦੋਂ ਕੁਝ ਦੇਰ ਬਾਅਦ ਮੈਂ ਪਿੰਡ ਪਰਤਿਆ ਤੇ ਆਪਣੇ ਆੜੀ ਬਾਰੇ ਪਤਾ ਕੀਤਾ, ਤਦ ਪਤਾ ਲੱਗਿਆ ਕਿ ਜਿਹੜੇ ਰਾਹ ਤੇ ਉਹਦਾ ਬਾਪੂ ਸੀ ਉਸੇ ਰਾਹ ਤੇ ਉਹ ਪੈ ਗਿਆ। ਕਹਿੰਦਾ ਆਪਣੀ ਬਾਪੂ ਤੋਂ ਵੀ ਨਹੀਂ ਸਿੱਖ ਸਕਿਆ, ਉਹਦਾ ਬਾਪੂ ਵੀ ਨਸ਼ੇ ਕਰਦਾ ਸੀ, ਬਾਅਦ 'ਚੋਂ ਨਸ਼ੇ 'ਚ ਡੁੱਬ ਗਿਆ, ਤੇ ਕ੍ਰਿਕਟ ਵੀ ਗਈ, ਚੰਡੀਗੜ੍ਹ ਵੀ ਗਿਆ, ਤੇ ਜੇ ਫਿਲਮ ਕੈਰੀਅਰ 'ਚ ਅੱਗੇ ਵਧਣਾ ਸੀ ਉਹ ਵੀ ਗਿਆ। ਕਹਿੰਦਾ ਹੁਣ ਮੈਂ ਅੱਜ ਵੀ ਕਹਿਣਾ ਕਿ ਮੇਰਾ ਮਿੱਤਰ ਆ, ਪਰ ਅਸੀਂ ਉਹਨੂੰ ਉਹ 'ਚੋਂ ਕੱਢ ਨਹੀਂ ਸਕਦੇ। ਕਹਿੰਦੀ ਉਹਦੀ ਮਾਂ ਨੇ ਮੈਨੂੰ ਕਹਿਣਾ ਕਿ ਚੰਡੀਗੜ੍ਹ ਲੈ ਜਾ ਜੀ। ਕਹਿੰਦਾ ਮੈਨੂੰ ਕਿਵੇਂ ਦੱਸਾਂ ਕਿ ਚੰਡੀਗੜ੍ਹ ਗਿਆ ਤਾਂ ਫਿਰ ਉੱਥੋਂ ਤਾਂ ਜਮਾ ਹੀ ਨਹੀਂ ਮੁੜਨ ਜੋਗਾ, ਇੱਥੇ ਤਾਂ ਫਿਰ ਸ਼ਾਇਦ ਬਚ ਜਿਵੇਂ ਕੁਛ ਜੀ। ਤੇ ਕਹਿੰਦਾ ਅੱਜ ਉਹ ਮਤਲਬ ਇੱਕ ਨਸ਼ੇੜੀ ਬਣ ਕੇ ਰਹਿ ਗਿਆ, ਜਿਹਨੇ ਇੱਕ ਵੱਡਾ ਕ੍ਰਿਕਟ ਖਿਡਾਰੀ ਜਾਂ ਵੱਡਾ ਉਹ ਬਣਨਾ ਸੀ। ਇਹੋ ਜਿਹੇ ਕਿੰਨੇ ਨੇ ਪੰਜਾਬ 'ਚ, ਕਿੰਨੇ ਨੇ, ਬਿਲਕੁਲ ਸਹੀ। ਤੇ ਉਹਨਾਂ ਨੂੰ ਕਿੰਨਿਆਂ ਨੂੰ ਅਸੀਂ ਮੋੜਨ ਦੀ ਕੋਸ਼ਿਸ਼ ਕੀਤੀ, ਕਿੰਨਿਆਂ ਨੂੰ ਅਸੀਂ ਬਚਾ ਸਕੇ, ਕਿੰਨਿਆਂ ਨੂੰ ਮੋੜ ਕੇ ਲਿਆ ਸਕੇ। ਸੋ ਅੱਜ ਇਹਦੇ ਤੇ ਕੰਮ ਕਰਨ ਦੀ ਲੋੜ ਹੈ। ਜਿਹੜੀਆਂ ਸੰਸਥਾਵਾਂ, ਜਿਹੜੇ ਲੋਕ ਸਾਰਾ ਦਿਨ ਇੱਕ ਦੂਜੇ ਨੂੰ ਭੰਡਣ ਤੇ ਕੰਮ ਕਰਦੇ ਨੇ, ਜੇਕਰ ਉਹ ਸੰਸਥਾਵਾਂ ਧਰਾਤਲ ਤੇ ਇਹੋ ਜਿਹਾ ਕੰਮ ਕਰਨ ਲੱਗ ਜਾਣ ਤਾਂ ਪੰਜਾਬ ਬਚ ਸਕਦਾ। ਬਈ ਜਿਨ੍ਹਾਂ ਨੇ ਜਿਹੜੇ ਫਰਜ਼ ਨਿਭਾਉਣੇ ਨੇ ਉਹਨਾਂ ਨੂੰ ਨਿਭਾਉਣੇ ਪੈਣਗੇ। ਜੀ ਬਿਲਕੁਲ।